ਨਜਮ ਹੁਸੈਨ ਸੱਯਦ ਦੀਆਂ ਲਿਖੀਆਂ ਨਜ਼ਮਾਂ ਵਿੱਚੋਂ ਦਰਗਾਹਾਂ ਦੇ ਬਾਰੇ ਲਿਖੀਆਂ ਕੁਝ ਨਜ਼ਮਾਂ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਦਰਗਾਹ ਕਿਸੇ ਦੇ ਮਰਨ ਪਿੱਛੋਂ ਉਸ ਦੇ ਚਾਹਣ ਵਾਲੇ ਤੇ ਮੰਨਣ ਵਾਲੇ ਬਣਾਉਂਦੇ ਨੇ। ਦਰਗਾਹ ਯਾਦ ਸਮਝੋ ਉਸ ਹੋਣ ਦੀ, ਉਸ ਹਸਤੀ ਦੀ ਜਿਸ ਜੀਵਦਿਆਂ ਆਪਣਾ ਜੀਵਨ ਦਾਨ ਕੀਤਾ ਕੁੱਲ ਖਲਕਤ ਨੂੰ, ਜਿਸ ਨੇ ਨਿਮਾਣੀ ਖਲਕਤ ਦਾ ਸੰਗ ਕੀਤਾ ਤੇ ਮਾੜੇ ਕਮੀਰ ਮੇਲ ਨੂੰ ਆਦਰ ਦਿੱਤੀ। ਦਰਗਾਹ ਸਾਂਝ ਵਾਸਤਾ ਨਿਸ਼ਾਨ ਵੀ ਹੈ। ਦਰਗਾਹ ਵਾਲੇ ਦੀ ਸਾਂਝ ਕਰਨੀ ਦਾ ਫਲ ਹੈ ਜੋ ਉਸ ਦੇ ਦੁਨੀਆ ਤੋਂ ਓਲੇ ਹੋਵਣ ਮਗਰੋਂ ਵੀ ਖਲਕਤ ਨੂੰ ਜੋੜਦਾ ਹੈ। ਦਰਗਾਹ ਦਾ ਬੂਹਾ ਖੁੱਲ੍ਹਾ ਹੁੰਦਾ ਹੈ ਹਰ ਇੱਕ ਲਈ। ਦਰਗਾਹ 'ਤੇ ਆਵਣ ਵਾਲਾ ਸੁਖਾਲਾ ਕੁਝ ਲੈ ਕੇ ਆਉਂਦਾ ਹੈ ਤੇ ਭੰਡਾਰ ਵਿੱਚ ਆਪਣਾ ਸੀਰ ਪਾਉਂਦਾ ਹੈ। ਦਰਗਾਹ ਦਾ ਲੰਗਰ ਸਭ ਨੂੰ ਸਾਂਝਾ ਵੰਡਿਆ ਜਾਂਦਾ ਹੈ। ਵੇਲਾ ਬਦਲਣ ਨਾਲ ਜਦੋਂ ਦਰਗਾਹਾਂ ਉੱਪਰ ਵੀ ਹਕੂਮਤਾਂ ਦਾ ਕਬਜ਼ਾ ਹੋ ਗਿਆ ਤਾਂ ਦਰਗਾਹਾਂ ਦਾ ਰੰਗ ਵੀ ਵਟੀਜ ਗਿਆ। ਜੋ ਖਲਕਤ ਲਈ ਇਕੱਠਾ ਹੋਇਆ ਹੁਣ ਉਸ ਵਿੱਚ ਸਰਕਾਰ ਵੀ ਹਿੱਸੇਦਾਰ ਹੋਈ। ਦਰਗਾਹ ਵਾਲੇ ਦੀ ਕਰਨੀ ਵਿਸਰ ਗਈ ਤੇ ਦਰਗਾਹਾਂ ਵੀ ਵਪਾਰ ਥਾਵਾਂ ਬਣ ਗਈਆਂ। ਅੱਜ ਅਸੀਂ 3 ਵੱਖੋ ਵੱਖ ਵੇਲਿਆਂ ਵਿੱਚ ਲਿਖੀਆਂ ਨਜ਼ਮਾਂ ਨੂੰ ਜੋੜਨ ਦਾ ਆਰ ਕੀਤਾ ਹੈ। ਕਿਵੇਂ ਵੇਲਾ ਬਦਲਣ ਨਾਲ ਦਰਗਾਹ ਦਾ ਰੰਗ ਬਦਲਿਆ ਹੈ ਰਾਸਵਾਲੀ ਨੇ। ਨਜਮ ਹੁਸੈਨ ਦੀ ਕਿਤਾਬ ਚੰਦਨ ਰੁੱਖ ਤੇ ਵਿਹੜਾ 1968 ਵਿੱਚ ਛਪੀ। ਨਜ਼ਮ ਟਕੋਰ ਦਾਤਾ ਦਰਬਾਰ ਦੀ ਇੱਕ ਨੁੱਕਰ ਵਿੱਚ ਲੰਮੇ ਪਏ ਬੁੱਢੇ ਤੇ ਅਯਾਣੇ ਦੀ ਗੱਲਬਾਤ ਹੈ। ਬੁੱਢਾ ਦਸੇਂਦਾ ਹੈ ਅਯਾਣੇ ਨੂੰ ਜੋ ਆਪਣੀਆਂ ਆਪਣੀਆਂ ਮੰਨਤਾਂ ਮੁਰਾਦਾਂ ਦੀਆਂ ਮੋਮਬੱਤੀਆਂ ਲੋਕੀ ਬਾਲਦੇ ਨੇ। ਕਿਸੇ ਲੰਘਦੇ ਦਾ ਠੁੱਡਾ ਲੱਗਦਾ ਏ ਤੇ ਅਯਾਣਾ ਗੁੱਸੇ ਨਾਲ ਬੋਲਦਾ ਏ, ਭਈ ਅੰਨੇ ਨਾ ਬਣੋ, ਹੇਠਾਂ ਵੀ ਵੇਖੋ, ਸਾਨੂੰ ਕਿਉਂ ਮਿੱਧਦੇ ਹੋ ਪਏ। ਬੁੱਢਾ ਸਮਝਾਉਂਦਾ ਏ, ਭਈ ਗੁੱਸਾ ਨਹੀਂ ਕਰੀਦਾ, ਕੋਈ ਗੱਲ ਨਹੀਂ, ਜੇ ਕੋਈ ਠੁੱਡਾ ਵੀ ਪੈ ਜਾਏ ਤਾਂ ਖੈਰ ਸੱਲਾ ਏ। ਦਰਬਾਰ ਤੋਂ ਬਾਹਰ ਅਕਲਾਪਾ ਏ, ਠਾਰ ਏ। ਇੱਥੇ ਠੁੱਡੇ ਦੇ ਨਾਲ ਨਿੱਘ ਤਾਂ ਹੈ ਲੋਕਾਈ ਦਾ। ਆਓ ਨਜ਼ਮ ਵੇਖੀਏ ਸਾਂਝ ਦਾ ਕਿਹੜਾ ਰੰਗ ਵਿਖਾਉਂਦੀ ਏ ਪਈ। ਟਕੋਰ ਜੁਮੇਰਾਤ ਦਾਤਾ ਦੇ ਦਰਬਾਰ ਦੀ ਮੋਮਬੱਤੀਆਂ ਵਾਲੀ ਨੁਕੜੇ ਇੱਕ ਬੁੱਢਾ ਤੇ ਇੱਕ ਅਯਾਣਾ ਲੰਮੇ ਪਏ ਹੋਏ ਨੇ। ਮੇਰੀ ਮੰਨਤ ਮੁਰਾਦ ਹੋਈ ਕੋਈ ਕਾਰ ਵਪਾਰ ਦੀ, ਜੀਆ ਜੰਤ ਦੀ, ਮੈਂ ਮੋਮਬੱਤੀ ਬਾਲੀ, ਤੇਰੀ ਹੋਈ ਤੂੰ ਬਾਲੀ। ਇਹ ਛੋ ਗੱਤਿਆਂ ਨੂੰ ਚੁੰਡੀ ਤੱਪੇ ਦੇਂਦਾ ਏ ਬਚੜਾ। ਓਏ ਅੰਨੇ ਹੋ, ਤੁਹਾਨੂੰ ਦਿਸਦਾ ਕੁਝ ਨਹੀਂ, ਆਪੋ ਆਪਣੀਆਂ ਬੱਤੀਆਂ ਬਾਲੋ ਤੇ ਅੱਗੇ ਹੋ ਲਵੋ ਭੰਡਾਰਾ, ਸਾਨੂੰ ਤੇ ਨਾ ਠੁੱਡੇ ਮਾਰੋ। ਚੁੱਪ ਕਰ ਬੱਲਿਆ, ਚੁੱਪ ਕਰ, ਸੌਂ ਰਹੋ, ਪੈਰਾਂ ਹੇਠ ਪਏ ਮਧੂਲੀਏ, ਮੇਲਿਓਂ ਬਾਹਰ ਨਾ ਜਾਈਏ। ਇੱਥੇ ਚੰਗਾ ਏ ਨਿੱਘ ਹਵਾੜ ਦਾ, ਫਰਸ਼ ਦੀ ਠਾਰ ਵੀ ਭੱਜੀ ਹੋਈ ਏ ਪੈਰਾਂ ਦੇ ਕੜਮਾਸਤੇ ਨਾਲ। ਬਾਹਰ ਤੇ ਅੰਬ ਗਿਆ ਏ ਪਿੰਡਾ ਕੱਲਿਆਂ ਪਾਉਂਦਿਆਂ ਪਾਉਂਦਿਆਂ। ਬੁੱਢਾ ਹਯਾਤੀ ਹੰਡਾਈ ਬੈਠਾ ਏ। ਅਕਲਾਪੇ ਤੋਂ ਅੰਬਿਆ ਵਜੂਦ ਲੈ ਕੇ
ਦਰਬਾਰ ਦੀ ਨੁਕਰੇ ਲੰਮਾ ਪਿਆ ਏ। ਬੁੱਢੇ ਦੇ ਨਾਲ ਅਯਾਣਾ ਏ। ਉਸ ਅਜੇ ਜਹਾਨ ਵੇਖਣਾ ਏ। ਉਸ ਨੂੰ ਸੁਰਤ ਨਹੀਂ ਜੋ ਲੋਕੀ ਮੋਮਬੱਤੀਆਂ ਕਿਉਂ ਬਾਲਦੇ ਨੇ ਪਏ ਇੱਥੇ ਆ ਕੇ। ਬੁੱਢੇ ਤੇ ਅਯਾਣੇ ਦੇ ਵਿਚਕਾਰ ਦਾ ਵੇਲਾ ਦਰਬਾਰ ਸਮਝੋ। ਹਰ ਜੀ ਨੱਸਦਾ ਭੱਜਦਾ ਏ ਪਿਆ, ਆਪਣੀ ਆਸ ਮੁਰਾਦ ਦੀ ਮੋਮਬੱਤੀ ਬਾਲਦਾ ਏ। ਆਪਣਾ ਕੰਮ ਸਾਰਨ ਵਿੱਚ ਕਿਸ ਨੂੰ ਪੈਰਾਂ ਹੇਠ ਲਤਾੜਦਾ ਏ ਪਿਆ, ਕੋਈ ਸਾਰ ਨਹੀਂ। ਜੀਵਨ ਖੇਡ ਵਧੋ ਵਧੀ ਦੀ ਨਜ਼ਰ ਹੋ ਗਈ ਏ। ਬਾਲਪਨ ਤੇ ਬੁਢੇਪਾ, ਜਿਸ ਵੇਲੇ ਹੋਂਦ ਨੂੰ ਸਾਂਭ ਸੰਭਾਲ ਦੀ ਲੋੜ ਏ, ਉਹ ਵੇਲਾ ਠੁੱਡਿਆਂ ਵਿੱਚ ਏ। ਦਰਬਾਰ ਨਿਸ਼ਾਨ ਬਣਿਆ ਏ ਮਿਲਣ ਦਾ। ਹੁਣ ਮੇਲਾ ਇੱਥੇ ਹੀ ਹੋ ਸਕਦਾ ਏ। ਦਰਬਾਰ ਵਿੱਚ ਖੁੱਲ੍ਹ ਹੈ ਹਰ ਇੱਕ ਨੂੰ ਆਵਣ ਦੀ। ਆਪਣਾ ਆਪ ਕੱਲਾ ਨਹੀਂ ਲੱਗਦਾ ਦਰਬਾਰ ਤੇ ਮੇਲੇ ਅੰਦਰ। ਵਿਜੋਗੀ ਲੁਕਾਈ ਦੀ ਭੀੜ ਏ ਜੋ ਦਰਬਾਰ ਵਿੱਚ ਆ ਕੇ ਝੱਟ ਦਾ ਝੱਟ ਸਾਹ ਲੈਂਦੀ ਏ। ਆਪਣੀ ਮੰਨਤ ਮੁਰਾਦ ਦੀ ਮੋਮਬੱਤੀ ਬਾਲਦੀ ਏ। ਦਰਬਾਰ ਵਾਲੇ ਨਾਲ ਕੋਈ ਲਾਗ ਨਹੀਂ ਕਿਸੇ ਦਾ। ਲਾਗ ਆਪਣੀ ਲੋੜ ਨਾਲ ਏ। ਚੁੰਡੀ ਤੱਪਾ ਖੇਡ ਹੋਈ ਅਯਾਣਿਆਂ ਦੀ। ਕਿਸੇ ਨਵੇਂ ਨੂੰ ਖੇਡੇ ਰਲਾਵਣ ਕੀਤੇ ਜਾਂ ਖੇਡੋਂ ਬਾਹਰ ਹੋਏ ਨੂੰ ਮੁੜ ਖਿਡਾਵਣ ਕੀਤੇ ਚੁੰਡੀ ਥੱਪਾ ਦਿੱਤਾ ਜਾਂਦਾ ਹੈ। ਬੁੱਢਾ ਖੇਡ ਰਾਹੀਂ ਅਯਾਣੇ ਨੂੰ ਸਮਝਾਉਂਦਾ ਹੈ। ਜੀਵਨ ਵਿੱਚ ਕੰਮ ਕਰਦੇ ਜੀਆਂ ਨੂੰ ਚੁੰਡੀ ਤੱਫੇ ਰਾਹੀਂ ਜੀਵਨ ਖੇਡ ਵਿੱਚ ਰਲਾਵਣ ਦਾ ਆਰ ਹੈ। ਚੁੰਡੀ ਤੱਪਾ ਕੰਡ ਤੇ ਦਿੱਤਾ ਜਾਂਦਾ ਹੈ। ਇਸ ਲਈ ਕੰਡ ਓਲੇ ਹੋਵਣ ਵਾਲੀ ਖੇਡ ਸਿਆਣਨ ਵੱਲ ਸੈਂਤਰ ਹੈ ਮਤਾ ਇਸ ਜੋੜ ਵਿੱਚ। ਮੋਮਬੱਤੀਆਂ ਬਾਲਣ ਵਾਲੇ ਜੋ ਅੱਖੀਆਂ ਦੇ ਹੁੰਦਿਆਂ ਹੇਠ ਨਹੀਂ ਵੇਖ ਸਕਦੇ ਤੇ ਠੁੱਡੇ ਮਾਰਦੇ ਨੇ ਫਰਸ਼ ਤੇ ਲੰਮੇ ਪਏ ਬੁੱਢੇ ਤੇ ਅਯਾਣੇ ਨੂੰ, ਉਹਨਾਂ ਨੂੰ ਦਰਬਾਰ ਵਾਲਾ ਚੁੰਡੀ ਥੱਪਾ ਦਿੰਦਾ ਏ ਸਾਵਧਾਨ ਕਰਨ ਕੀਤੇ, ਆਪਣੇ ਪਰਾਏ ਦੀ ਸਿਆਣ ਕਰਾਵਣ ਕੀਤੇ। ਚਾਲੂ ਵਿਹਾਰ ਦੀ ਛੋਹ ਪਾਰੂ ਜੋ ਖੇਡੋਂ ਬਾਹਰ ਹੋ ਗਏ ਨੇ ਤੇ ਇਕੱਲੇ ਪਾਉਂਦੇ ਫਿਰਦੇ ਨੇ ਕਮਲੇ ਹੋਏ। ਦਰਬਾਰ ਵਾਲਾ ਉਹਨਾਂ ਨੂੰ ਖੇਡੇ ਰਲਾਉਂਦਾ ਏ, ਮਿਲਾਉਂਦਾ ਏ, ਜੀਵਨ ਸਮਝਾਉਂਦਾ ਏ। ਦਰਗਾਹਾਂ ਵਾਲਿਆਂ ਨਾਲ ਕਈ ਕਰਾਮਤਾਂ ਵੀ ਜੁੜੀਆਂ ਹੁੰਦੀਆਂ ਨੇ। ਲੁਕਾਈ ਦੇ ਪਿਆਰ ਦੀਆਂ ਬਣਾਈਆਂ ਇਹ ਕਹਾਣੀਆਂ ਪੀੜ੍ਹੀਓ ਪੀੜ੍ਹੀ ਪਈਆਂ ਟੁਰਦੀਆਂ ਨੇ। ਅਜਿਹੀ ਕਹਾਣੀ ਹੈ ਇੱਕ ਦਰਗਾਹ ਦੀ, ਜਿਸ ਵਿੱਚ ਇੱਕ ਬੰਦਾ ਆਪਣੀ ਹੱਡ ਵਾਪਰੀ ਸੁਣਾਉਂਦਾ ਹੈ। ਕਿਵੇਂ ਦਰਗਾਹ 'ਤੇ ਜਾਂਦਿਆਂ ਕਿਸੇ ਬੋਝਾ ਕੱਟ ਲਿਆ, ਕਿਵੇਂ ਦਰਗਾਹ 'ਤੇ ਜਾਂਦਿਆਂ ਕਿਸੇ ਬੋਝਾ ਕੱਟ ਲਿਆ। ਦਰਗਾਹ ਵਾਲੇ ਨੂੰ ਸਲਾਮ ਕਰਕੇ ਬਾਹਰ ਨਿਕਲਿਆ ਤੇ ਅੱਗੇ ਜੁੱਤੀਆਂ ਚੁੱਕੀਆਂ ਗਈਆਂ। ਚੱਕਦਾ ਸੰਗਦਾ ਲੈਣ ਵਿੱਚ ਲੱਗ ਕੇ ਰੋਟੀ ਲੈਂਦਾ ਹੈ। ਆਪਣੀ ਗੱਲ ਸੁਣਾਉਂਦਾ ਪਰਦਾ ਖੋਲ੍ਹਦਾ ਹੈ ਦਰਗਾਹਾਂ ਦੇ ਅੰਦਰ ਹੁੰਦੀ ਅਨਹੋਣੀ ਦਾ। ਸਾਰੀ ਨਜ਼ਰ ਨਿਆਜ਼ ਮਜੌਰ ਆਪਸ ਵਿੱਚ ਵੰਡ ਖਾਂਦੇ ਨੇ ਤੇ ਖਲਕਤ ਲਈ ਰਹਿੰਦ ਖੂੰਦ ਬਚਦਾ ਏ। ਜਾਂਗਲੀ ਦਸਤਾ ਏ ਜੋ ਦਰਗਾਹ ਵਾਲਾ ਆਪ ਤਾਂ ਪੁੱਛਦਾ ਨਹੀਂ, ਨਿਮਾਣੀ ਲੁਕਾਈ ਕੀੜਿਆਂ ਵਾਂਗ ਰਿਜ਼ਮ ਜੋੜ ਲਿਆਉਂਦੀ ਏ ਤੇ ਅੱਗੇ ਕਿਰਲੇ ਲਾਂਗਰੀ ਹੋਏ ਜੋ ਸਭ ਖਾ ਪੀ ਕੇ ਡਕਾਰਦੇ ਵੀ ਨਹੀਂ। ਮਜਾਵਰ ਤੇ ਸਰਕਾਰ ਸਭ ਆਪਸ ਵਿੱਚ ਰਲੇ ਹੋਏ ਨੇ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਅਜੇ ਦਰਗਾਹਾਂ ਲਈ
ਵੱਖ ਮਹਿਕਮਾ ਨਹੀਂ ਸੀ ਬਣਿਆ। ਮਜਾਵਰਾਂ ਵੀ ਮਜਾਵਰ ਵੀ ਅੱਧ ਪਚੱਧ ਸਿਆਸੀ ਹੁੰਦੇ ਸਨ। ਮਜਾਵਰ ਵੀ ਅੱਧ ਪਚੱਧ ਸਿਆਸੀ ਹੁੰਦੇ ਸਨ। ਸਿਆਸਤਾਂ ਨੂੰ ਲੋੜ ਹੋਈ ਦਰਗਾਹਾਂ ਦੇ ਥਾਪੜੇ ਦੀ, ਭੋਲੀ ਲੁਕਾਈ ਨੂੰ ਕਮਲਾ ਕਰਨ ਲਈ ਤੇ ਇਹਨਾਂ ਦੇ ਵੋਟ ਸਿਰ ਆਪਣੀ ਸਰਕਾਰ ਚਲਾਉਣ ਲਈ। ਗੱਲ ਕਰਨ ਵਾਲਾ ਦੱਸਦਾ ਏ ਕਿ ਦਰਗਾਹ ਵਾਲੇ ਨੇ ਇੱਕ ਵਾਰੀ ਪੁੱਛਿਆ ਸੀ, ਜਦੋਂ ਸਰਗੋਧੇ ਦਾ ਜਾਂਗਲੀ 20,000 ਲੈ ਕੇ ਆਇਆ ਤੇ ਦਰਗਾਹ ਦੇ ਮੌਲਵੀ ਨੂੰ ਆਖਿਆ, ਮੈਂ 5 ਰੁਪਈਏ ਸ਼ੀਰਨੀ ਦੇਣੀ ਏ ਸਵੇਰੇ। ਮੌਲਵੀ ਨੇ ਮੰਜੀ ਬਿਸਤਰਾ ਦਿੱਤਾ ਜਾਂਗਲੀ ਨੂੰ ਤੇ ਬੰਦੇ ਇੱਕ ਦੇ ਜ਼ਿੰਮੇ ਲਾਇਆ ਇਸ ਨੂੰ ਮਾਰਨ ਦਾ ਕੰਮ। ਜਾਂਗਲੀ ਨੂੰ ਨੀਂਦਰ ਆਵਣ ਲੱਗੇ ਤੇ ਦਰਗਾਹ ਵਾਲਾ ਜਗਾ ਦੇਵੇ। ਇਹ ਬਾਹਰ ਜਾ ਕੇ ਖਲਕਤ ਵਿੱਚ ਸੌਂ ਰਿਹਾ। ਰਾਤੀ ਮੌਲਵੀ ਦਾ ਪੁੱਤਰ ਆਇਆ ਤੇ ਜਾਂਗਲੀ ਦੇ ਬਿਸਤਰੇ ਤੇ ਸੌਂ ਗਿਆ। ਮੌਲਵੀ ਦਾ ਘੱਲਿਆ ਬੰਦਾ ਵੇਲੇ ਸਿਰ ਅਪੜਿਆ ਤੇ ਮੁੰਡੇ ਦਾ ਗਾਟਾ ਲਾ ਕੇ ਨਿਕਲ ਗਿਆ। ਦਿਨ ਚੜੇ ਮੌਲਵੀ ਨੇ ਪੁੱਤਰ ਮੋਇਆ ਵੇਖਿਆ ਤਾਂ ਕੂਕਿਆ, ਪਰ ਲਾਲਚ ਅੰਦਰੋਂ ਨਾ ਮੁੱਕਾ। ਪੁਲਿਸ ਨੂੰ ਆਖਣ ਲੱਗਾ, ਪੁੱਤਰ ਮੇਰੇ ਕੋਲ 20,000 ਸੀ, ਇੱਥੇ ਜਾਂਗਲੀ ਫਿਰਦਾ ਸੀ ਰਾਤੀ। ਉਹ ਜਾਂਗਲੀ ਆਪ ਆ ਕੇ ਸਾਹਮਣੇ ਖਲੋ ਗਿਆ, ਭਈ ਵੇਖ, ਮੈਂ ਤੇ ਨਹੀਂ ਜਿਸ ਦੀ ਗੱਲ ਪਿਆ ਕਰਨਾ ਹੈ। ਇਹ ਲੈ 20,000। ਇਹ ਪੈਸਾ ਤਾਂ ਕਦੀ ਕਿਸੇ ਦਾ ਹੋਇਆ ਹੀ ਨਹੀਂ। ਪੁਲਿਸ ਵਾਲੇ ਨੇ ਵੱਖ ਕਰਕੇ ਮੌਲਵੀ ਨੂੰ ਪੁੱਛਿਆ ਤਾਂ ਉਹ ਮੰਨ ਗਿਆ ਕਿ ਉਸ ਨੇ ਜਾਂਗਲੀ ਨੂੰ ਮਾਰਨ ਲਈ ਬੰਦਾ ਘੱਲਿਆ ਸੀ, ਪਰ ਆਪਣਾ ਪੁੱਤਰ ਮਰਵਾ ਬੈਠਾ। ਇਸ ਨਜ਼ਮ ਦਾ ਸਰਨਾਮਾ ਹੈ ਐ ਤਾਲ ਹੀਰ ਵਾਰਸ। ਆਪ ਪੁੱਛੇ ਤੇ ਤਾਂ ਆਪ ਪੁੱਛਦਾ ਨਹੀਂ, ਲੰਗਰ ਕੀੜੀਆਂ ਕੋਲੋਂ ਢੁਆਉਂਦਾ ਏ ਅਤੇ ਲਾਂਗਰੀ ਲਾਉਂਦਾ ਏ ਕਿਰਲਿਆਂ ਨੂੰ। ਲੋਕਾਂ ਜੋਗੇ ਮਖਾਣੇ ਹੀ ਬਚਣੇ ਨੇ, ਜਿਹੜੇ ਕਰਨ ਵਾਲੇ ਸੋਈ ਫੜਨ ਵਾਲੇ। ਕਦੀ ਘਰ ਵੇਖੋ ਕਿਸੇ ਡਿਪਟੀ ਦਾ ਕੀ, ਵਜ਼ੀਰ ਦਾ ਕੀ। ਇੱਕ ਵਾਰੀ ਆਪ ਪੁੱਛਿਆ ਹੈ, ਗੌਰਮਿੰਟੀਏ ਮੌਲਵੀ ਤਦੋਂ ਨਾਹੇ, ਪ੍ਰਾਈਵੇਟ ਮਜੌਰ ਹੀ ਆਹੇ ਮੀਏ। ਮੋਟਿਆਂ ਵਿੱਚ ਉੱਠਣ ਬਹਿਣ ਹਾਂ ਨੇ, ਮੁਫਤ ਜੱਜਾਂ ਥੀ ਕਤਲ ਛੁਡਾ ਆਵਣੇ। ਗੋਲਕ ਕੱਤ ਕੇ ਚਟੀਆਂ ਗੋਗੜਾਂ ਤੇ ਹੱਥ ਫੇਰ ਛੱਡਣੇ। ਬੜਾ ਨਾਂ ਆਇਆ, ਵੇਖੋ ਪੁੱਛਦਾ ਕਿਵੇਂ। ਕੋਈ ਆਇਆ ਸਰਗੋਧੀਆ ਪੱਗ ਵਾਲਾ, ਚਿਰਕਾ ਰਾਤ ਆਇਆ ਏ। ਵੱਡੇ ਮੀਏ ਨੂੰ ਕੀ ਆਂਦਾ ਏ? 20,000 ਹੀ ਮੀਆਂ ਜੀ ਕੋਲ ਮਿੰਡੇ, ਵਿੱਚੋਂ 5 ਮੈਂ ਸ਼ੀਰਨੀ ਵੰਡਣੀ ਆ, ਲੋ ਲੱਗਦਿਆਂ ਸਾਰੀ। ਮੈਨੂੰ ਬਿਸਤਰਾ ਦੇ। ਉਸ ਵੇਲੇ ਦਾ 20,000 ਸਮਝੇ ਅੱਜ ਦੇ 20 ਕਰੋੜ ਰੰਗਾ। 3 20 ਦੀ ਤੇ ਤਦੋਂ ਆਹੀ ਪਹਿਲੀ, ਜਿਹੜੀ ਅੱਜ ਸਮਝੇ 3 ਲੱਖ ਦੀ ਏ। ਮੰਜੀ ਬਿਸਤਰਾ ਮੀਏ ਵਿਛਾ ਦਿੱਤਾ ਏ, ਹੁਣ ਸਰਗੋਧੀਆ ਪਵੇ ਤੇ ਪਿਆ ਨਾ ਜਾਏ। ਜਦੋਂ ਆਏ ਹੁੰਗਲਾਟ ਇਹ ਨਾਲ ਹੋਵੇ। ਝਾਕ ਤੇ ਲੈ। ਉਹ ਟੈਨ ਲੱਗੇ, ਇਹ ਹੂੰ ਦਾ ਠੋਮਣਾ ਦੇ ਚਾਵੇ। ਆਖੇ ਮੰਨਦਾ ਨਾ ਬੰਨੇ ਸੌ ਮਖਲੂਕ ਦੇ ਨਾਲ ਜਾ ਕੇ। ਹਾਰ ਉਠਾਇਆ, ਪੁੰਜੇ ਜਾ ਮਖਲੂਕ ਦੇ ਵਿੱਚ ਸੁੱਤਾ। ਇੱਧਰ ਹੁਣ ਵੇਖੋ, ਮੰਜੀ ਬਿਸਤਰਾ ਸਖਣਾ ਤੱਕਿਓ ਸੂ। ਇੱਕੋ ਇੱਕ ਜੋ ਮੀਏ ਦਾ ਜਵਾਨ ਪੁੱਤਰ ਕਿਤਲੋਂ ਥੱਕਿਆ ਆਇਆ ਏ, ਸਿਰ ਮੂੰਹ ਬਲੇਟ ਕੇ ਪੈ ਰਿਹਾ ਏ। ਬੰਦਾ ਮੀਏ ਦਾ ਵੇਲੇ ਸਿਰ ਪੁੱਜਿਆ ਏ, ਇੱਕੋ ਹੱਥ ਨਾਲ ਸਿਰ ਉਹਨੇ ਵੱਖ ਕੀਤਾ ਏ। ਮੀਆਂ ਡੱਬ ਟੋਹੇ, ਪੈਸੇ ਵੀ ਨਹੀਂ। ਤੀਲੀ ਬਾਲਦਾ ਏ,
ਪੁੱਤਰ ਦਾ ਮੂੰਹ ਵੇਂਦਾ ਏ। ਲੋ ਲੱਗਦਿਆਂ ਸਾਰੀ ਪੁਲਸ ਆ ਗਈ। ਮੀਆਂ ਬਰਲਿਆ, ਪੂਰਾ 20,000 ਸਿੱਖੀ ਸੇਧ ਏ। ਰਾਤੀ ਜੰਗਲੀ ਭੌਂਦਾ ਸੀ ਪੱਗ ਵਾਲਾ, ਮੈਨੂੰ ਉਸ ਤੇ ਸ਼ੱਕ ਜੇ। ਉੱਠ ਆਪ ਸਾਹਮਣੇ ਆਨ ਹੋਇਆ। ਆਖੇ, ਓਏ ਵੇਖ ਮੈਨੂੰ, ਮੈਯੂ ਉਹ ਤੇ ਨਹੀਂ। 20,000 ਜੇ ਆ, 20 ਦਾ 20 ਇਹਦਾ ਨਾ ਮਹਿੰਡਾ। ਜਿਵੇਂ ਹੋਈ ਦੱਸੀ, ਉੱਤੋਂ ਖੁੱਲ ਮਖਲੂਕ ਗਵਾਹ ਹੋਈ। ਥਾਣੇਦਾਰ ਹਾ ਉਪਰਾ ਆਖਣ ਲੱਗਾ, ਅੰਦਰ ਆਵੇ ਨਾ ਮੀਆਂ ਜੀ ਝੱਟ ਸਾਰਾ। ਬੋਲ ਪਿਆ, ਹੱਥੀਂ ਮੋਇਆ ਮੈਂ, ਹੱਥੀਂ ਪੁੱਤਰ ਦਾ ਬੱਕਰਾ ਕੋਇਆ ਮੈਂ। ਉਹ ਇੱਕ ਵਾਰ ਐਨ ਪੁੱਛਿਆ ਏ, ਨਕਦ ਇੱਕ ਵਾਰੀ। ਮੁੜ ਨਾ ਪੁੱਛਿਓ ਸੋ, ਨਾ ਹੀ ਦੱਸਿਓ ਸੋ। ਆਂਦਾ ਹੋਸੀ ਪਈ ਵੇਖੀਏ, ਕੌਣ ਲੜੇ ਕੌਣ ਹੱਥ ਫੜੇ। ਵੱਗੋ ਵਾਲੀ ਏ ਕਿਲੇ ਬਹਾਰ ਸ਼ਾਹ ਕੋਲ, ਉੱਥੋਂ ਆਉਣਾ ਮੈਂ। ਸਾਡੇ ਨਾਲ ਨਵਾਬ ਨੇ 100 ਮੁਰੱਬਾ ਕਿ 150 ਏ। ਮੈਨੂੰ ਜਾਪਿਆ ਏ ਜਿਵੇਂ ਤੂੰ ਉਹਨਾਂ ਵਿੱਚੋਂ ਏ। ਕਿਸੇ ਵੇਲੇ ਭੁਲੇਖਾ ਵੀ ਲੱਗ ਜਾਂਦਾ ਏ। ਲਾਰੀਓਂ ਲੈ ਕੇ ਬੋਝੇ ਮੈਂ ਹੱਥ ਪਾਇਆ ਏ, ਬੋਝਾ ਨਾਲ ਕੋਈ ਨਹੀਂ। ਇਹਦੇ ਆਣ ਕੇ ਮੱਥਾ ਮੈਂ ਟੇਕਿਆ ਏ। ਬਾਹਰ ਨਿਕਲਿਆ, ਅੱਗੇ ਜੁੱਤੀ ਕੋਈ ਨਹੀਂ। ਚੁੱਪ ਵੱਟੀ ਬੈਠਾ ਏ। ਇੱਕ ਵਾਰੀ ਦਾ ਪੁੱਛਿਆ, ਢੇਰ ਜਾਤੁਸ। ਆਂਦਾ ਹੋਸੀ ਪਈ ਵੇਖੀਏ, ਵੇਖਦਾ ਰਹੋ। ਲੈਣ ਲੱਗ ਕੇ ਆਖਣਾ ਰੋਟੀ ਫੜਾਂ। ਖੈਰੀ ਮੇਰੀ ਕੋਈ ਲੈਣ ਵੀ ਲੱਗ ਸਕਦਾ ਏ। ਕੱਲ ਦਾ ਅੰਦਰ ਨਮੋਸ਼ੀਆ ਵੜੀ ਬੈਠਾ, ਮੰਗਣ ਜੋਗਾ ਵੀ ਨਹੀਂ। ਅਗਲੇ ਆਂਦੇ ਨੇ ਕਹਾਣੀਆਂ ਪਾਉਂਦੇ ਹੋ। ਦਰਗਾਹ ਵਾਲਾ ਜਾਨ ਬਚਾਉਂਦਾ ਹੈ ਨਿਮਾਣੀ ਲੁਕਾਈ ਦੀ, ਤੇ ਦਰਗਾਹ ਦਾ ਮਜਾਵਰ ਖਲਕਤ ਨੂੰ ਮਰਵਾਨ ਕੀਤੇ ਬੈਠਾ ਹੈ। ਦਰਗਾਹ ਵਾਲੇ ਨੇ ਆਇਆ ਧਨ ਮਾਲ ਰਿਜ਼ਕ ਸਭ ਵੰਡ ਕੇ ਜੀਵਨ ਜੀਵਿਆ, ਤੇ ਮਜੌਰ ਨਿਮਾਣਿਆਂ ਦੀਆਂ ਨਜ਼ਰਾਂ ਨਿਆਜ਼ਾਂ ਨਾਲ ਆਪਣੇ ਘਰ ਪਏ ਭਰੀਂਦੇ ਨੇ। ਇਹ ਨਜ਼ਮ ਕਿਤਾਬ ਕਾਲ ਥਾਲ ਵਿੱਚ 1998 ਵਿੱਚ ਛਪੀ। ਵੇਲੇ ਦੇ ਬਦਲਾਅ ਨੇ ਕਿਵੇਂ ਦਰਗਾਹ ਦਾ ਵਿਹਾਰ ਵੀ ਬਦਲਿਆ ਹੈ। ਲਾਲਚ ਤੇ ਖੋਹ ਖਸ ਦਿਨੋਂ ਦਿਨ ਪਈ ਵੱਧਦੀ ਹੈ। ਦਰਗਾਹਾਂ ਸਰਕਾਰ ਦੇ ਛਤਰ ਛਾਂ ਹੇਠ ਆ ਗਈਆਂ ਤੇ ਵਪਾਰ ਵੱਧ ਗਿਆ। ਸੰਖ ਮਰ ਮਰ ਲਾ ਕੇ ਮਜ਼ਾਰਾਂ ਨੂੰ ਲਿਸ਼ਕਾ ਕੇ ਮੁੱਲ ਵਧਾਇਆ ਗਿਆ। ਕਿਤਾਬ 5 ਕਣੀ 2014 ਵਿੱਚ ਛਪੀ। ਇਹ ਨਜ਼ਮ ਵੇਖੋ ਕੀ ਦੱਸਦੀ ਏ ਦਰਗਾਹਾਂ ਦਾ ਰੰਗ। ਸਰਨਾਵਾ ਹੈ ਇਸ ਦਾ ਫੀਤੇ ਨਾਈ ਦੀ ਗੱਲ। ਚੜੇ ਪਸਾਰੀ ਦੇਖ ਅਸਾਡੀ ਬਾਂਹ ਵਿੱਚ ਡੋਈ, ਦੂਰੋਂ ਪੈਸੇ ਤਾਰ ਪੁਆਵਣ ਕਾਰਾਂ ਮੰਤ ਮੁਰਾਦਾਂ ਵਾਲੇ। ਹੱਟੀ ਹੱਟੀ ਖੁੱਲੇ ਭੰਡਾਰਾ, ਲੈਣੀ ਲੱਗ ਖਾਵੇ ਹਰ ਕੋਈ। ਜੋ ਸਵਾਬ ਸੋ ਖੱਟੀ, ਕੀ ਮਜੂਰ ਮੁਸਾਫਰ ਮੰਗਤ ਇੱਕ ਹੋਏ ਦਰਗਾਹੀ। ਵੱਡੇ ਵੱਡੇ ਜੋ ਬਹਿਣ ਸ਼ਾਹ ਆਲਮੀ, ਪੁੱਛੋ ਆਖਣ ਰੋਟੀ ਪੂਰੀ ਹੁੰਦੀ ਜੇ ਮਸਾਂ। ਅਸੀਂ ਵੀ ਆਨੇ ਆ ਜੋ ਵੱਟੀ ਸੋ ਚੱਟੀ। ਕਿਹੜਾ ਸੱਚਾ ਏ, ਕੀ ਦਮ ਪੁਖਤ ਤੇ ਕਿਹੜਾ ਕੱਚਾ ਏ। ਦੇਗ ਮਝੋਲਾ ਫਿਰਨ ਖਲੋਵੇ ਤਾਂ ਗੱਲ ਨਿਤਰੇ। ਫੀਤਾ ਨਾਈ ਏ ਦੇਗ ਪਕਾਵਣ ਵਾਲਾ, ਨਾ ਫਤਿਹ ਮੁਹੰਮਦ ਹੋਣਾ ਏ। ਪਰ ਨਾਈ ਹੋਵਣ ਪਾਰੋਂ ਫਤਿਹ ਮੁਹੰਮਦ ਕਿਸ ਬੁਲਾਉਣਾ ਸੀ। ਉਹ ਫੀਤਾ ਹੀ ਰਹਿ ਗਿਆ। ਫੀਤਾ ਕੰਮ ਕਾਰ ਕਰੇਂਦਾ ਆਪਣੇ ਆਲ ਦਵਾਲ ਦੀ ਪੜਚੋਲ ਕਰਦਾ ਏ। ਕਿਸੇ ਦਰਗਾਹ ਲਾਗੇ ਦੇਗ ਪਕਾਵਣ ਦਾ ਕੰਮ ਕਰੇਂਦਾ ਏ। ਆਖਦਾ ਏ ਬਾਜ਼ਾਰ ਦੀ ਦੇਗ ਚੜੀ ਹੋਈ ਹੈ।
ਤੇ ਸਾਡੀ ਬਾਂਹ ਵਿੱਚ ਡੋਈ ਹੈ। ਫੀਤੇ ਦੇ ਸਾਡੀ ਆਖਣ ਵਿੱਚ ਉਹ ਆਪਣੇ ਵਰਗੇ ਪੂਰੇ ਕੰਮੀ ਕਸਬੀ ਮੇਲ ਦੀ ਗੱਲ ਕਰਦਾ ਹੈ। ਫੀਤੇ ਦਾ ਸਾਡੀ ਆਖਣ ਕੋਈ ਉਮਰਾ ਸ਼ੁਰਫਾ ਵਾਲਾ ਮੈਂ ਦਾ ਵਖਾਲਾ ਨਹੀਂ, ਸਗੋਂ ਉਹ ਵਿਚਾਰਾ ਨਿਮਾਣਾ ਹੀਣ ਮੇਲ ਦਾ ਕੱਲਾ ਜੀ ਤਾਂ ਕਿਸੇ ਗਿਣਤ ਵਿੱਚ ਹੀ ਨਾ ਹੋਇਆ। ਆਪਣੇ ਪੂਰੇ ਥਲਵੇਂ ਮੇਲ ਵੱਲੋਂ ਗੱਲ ਕਰੇਂਦਾ ਏ ਕਿ ਅਸਾਂ ਕਰਨ ਹਾਰ ਹਾਂ। ਜਿਵੇਂ ਡੋਈ ਹਾਂਡੀ ਪਕਾਉਂਦੀ ਏ, ਤਿਵੇਂ ਜੋ ਬਾਜ਼ਾਰ ਦੀ ਦੇਗ ਚੜੀ ਹੋਈ ਏ, ਸਾਡੀ ਕਰਨੀ ਹੀ ਉਸ ਨੂੰ ਪਕਾਉਂਦੀ ਏ ਪਈ ਡੋਈ ਬਣ ਕੇ। ਧਨ ਮਾਲ ਵਾਲੇ ਜੋ ਦਰਬਾਰ 'ਤੇ ਮੰਨਤਾਂ ਮੁਰਾਦਾਂ ਮੰਨ ਜਾਂਦੇ ਨੇ, ਉਹ ਮੰਨਤਾਂ ਦੇ ਚੜ੍ਹਾਵੇ ਚਾੜ੍ਹਨ ਕੀਤੇ ਆਪਣੀਆਂ ਕਾਰਾਂ ਤੋਂ ਹੇਠਾਂ ਨਹੀਂ ਲੈਂਦੇ। ਕਾਰਾਂ ਵਿੱਚ ਬੈਠੇ ਬੈਠੇ ਹੀ ਪੈਸੇ ਤਾਰ ਦਿੰਦੇ ਨੇ। ਭੰਡਾਰਾ ਹੁਣ ਨਿਰਾ ਦਰਗਾਹ 'ਤੇ ਨਹੀਂ ਲੱਭਦਾ, ਹਰ ਹੱਟੀ 'ਤੇ ਲੱਭਦਾ ਏ ਪਿਆ। ਸਭ ਥਾਵਾਂ 'ਤੇ ਲੈਣਾ ਲੱਗੀਆਂ ਹੋਈਆਂ ਨੇ। ਹਰ ਇੱਕ ਦੇਗ ਪਕਵਾ ਕੇ ਵੰਡ ਕੇ ਸਵਾਬ ਖੱਟਣਾ ਚਾਹੁੰਦਾ ਹੈ। ਮਜ਼ਦੂਰ, ਮੁਸਾਫਿਰ, ਮੰਗਣ ਵਾਲੇ ਸਭ ਦਰਗਾਹ 'ਤੇ ਆ ਕੇ ਇੱਕ ਹੋ ਜਾਂਦੇ ਨੇ। ਰੋਟੀ ਲੋੜ ਹੋਈ ਹਰ ਇੱਕ ਦੀ। ਦਰਗਾਹ ਦੀ ਝਾਕੀ ਵਿਖਾ ਕੇ ਹੁਣ ਐਸ ਤੇ ਉਲਟ ਇੱਕ ਝਾਕੀ ਫੀਤਾ ਵਿਖਾਉਂਦਾ ਹੈ। ਵੱਡੇ ਵਪਾਰੀ ਜੋ ਸ਼ਹਾਲਮੀ ਬਹਿੰਦੇ ਨੇ, ਉਹ ਵੀ ਇਹੋ ਆਖਦੇ ਨੇ, ਮਸਾਂ ਰੋਟੀ ਪੂਰੀ ਹੁੰਦੀ ਹੈ। ਕਮੇਰ ਮੇਲ ਵੀ ਇਹ ਆਖਦਾ ਏ, ਜੋ ਲੱਭਦਾ ਏ ਉਹ ਮੁੱਕ ਪੈਂਦਾ ਏ। ਹੁਣ ਨਤਾਰਾ ਕਿਵੇਂ ਹੋਵੇ? ਸੱਚ ਕੌਣ ਬੋਲਦਾ ਏ ਪਿਆ? ਵੱਡਾ ਵਪਾਰੀ ਮੇਲ ਜਾਂ ਫੀਤੇ ਵਰਗਾ ਕਮੇਰ ਮੇਲ? ਕੌਣ ਪੱਕਾ ਏ ਤੇ ਕੌਣ ਕੱਚਾ ਏ? ਐਸ ਦਾ ਨਤਾਰਾ ਤਾਂ ਹੀ ਹੋ ਸਕਦਾ ਏ ਜੇ ਬਾਜ਼ਾਰ ਦੀ ਚੜੀ ਦੇਗ ਵਿੱਚ ਮਝੋਲਾ ਫੇਰਨ ਖਲੋ ਜਾਵੇ ਤਾਂ। ਇਹ ਗੇੜ ਏ ਜਿਸ ਵਿੱਚ ਸਭ ਗਿੜੀ ਜਾਂਦੇ ਨੇ ਪਏ। ਕਾਰਾਂ ਵਾਲੇ, ਦੇਗਾਂ ਪਕਵਾਉਣ ਵਾਲੇ, ਦੇਗਾਂ ਪਕਾਉਣ ਵਾਲੇ, ਭੰਡਾਰਾ ਲੈਣ ਵਾਲੇ, ਸਭ ਐਸੇ ਗੇੜ ਅੰਦਰ ਗਿੜਦੇ ਨੇ। ਕੋਈ ਇੱਕ ਧਿਰ ਨਾ ਕਰੇ ਗਿੜ ਨੂੰ ਤਾਂ ਹੀ ਗੇੜ ਖਲੋਣਾ ਏ ਤੇ ਨਤਾਰਾ ਹੋਵਣਾ ਏ। ਫੀਤੇ ਦੀ ਪਖੇੜ ਹੈ ਆਪਣੇ ਆਪ ਨਾਲ ਵੀ ਤੇ ਵਿਹਾਰ ਨਾਲ ਵੀ। ਪੂਰਾ ਵਿਹਾਰ ਹੀ ਚੜੀ ਦੇਗ ਹੈ। ਦੇਗ ਦਾ ਨਿਸ਼ਾਨ ਆਹੀ ਸਾਂਝੇ ਪਕਾਵਣ ਤੇ ਸਾਂਝੇ ਖਾਵਣ ਦੀ। ਇਹੋ ਭੰਡਾਰਾ ਸੀ ਜੋ ਦਰਗਾਹਾਂ ਮਜ਼ਾਰਾਂ 'ਤੇ ਪਕਣਾ ਤੇ ਵੰਡਿਆ ਜਾਣਾ। ਹੁਣ ਵੇਲਾ ਬਦਲਿਆ ਏ ਤੇ ਉਹ ਭੰਡਾਰਾ ਹੱਟੀ 'ਤੇ ਸੌਦਾ ਬਣ ਕੇ ਵਿਕਣ ਲੱਗਾ ਏ। ਹੁਣ ਭੰਡਾਰਾ ਵਿਖਾਵਾ ਬਣ ਗਿਆ ਏ। ਰੀਸੋ ਰੀਸੀ ਦੇਗਾਂ ਚੜ੍ਹਦੀਆਂ ਨੇ ਪਈਆਂ। ਭੰਡਾਰਾ ਭੰਡਿਆ ਗਿਆ ਏ ਤੇ ਭੰਡੀ ਹੋ ਗਿਆ ਏ। ਦੇਗ ਵਿਹਾਰ ਦੇ ਵੱਖਰੇ ਖਾਵਣ ਦਾ ਇਨਕਾਰ ਸੀ। ਹੁਣ ਉਹ ਦੇਗ ਬਜ਼ਾਰੀ ਚੜ੍ਹ ਕੇ ਕੱਲੇ ਦੋ ਕੱਲੇ ਦੇ ਹੱਥ ਆ ਕੇ ਵਿਹਾਰ ਦਾ ਅਸਬਾਤ ਬਣ ਗਈ ਹੈ। ਲੈਣੀ ਲੱਗ ਕੇ ਖਾਵਣ ਇੱਕ ਮਸ਼ੀਨੀ ਅਮਲ ਜਾਪਦਾ ਹੈ। ਲੈਣ ਲੱਗਣ ਵਿੱਚ ਭੁੱਖ ਸਾਂਝ ਹੈ। ਫੀਤੇ ਨੇ ਗੱਲ ਦੇ ਅੰਦਰ ਗੁੱਚੀ ਟੋਕ ਵੀ ਕੀਤੀ ਹੈ ਕਾਰਾਂ ਵਾਲਿਆਂ 'ਤੇ, ਜੋ ਮਜ਼ਦੂਰਾਂ ਦੀ ਕੀਤੀ ਮਿਹਨਤ ਸਿਰ ਕਮਾਏ ਲਾਹੇ 'ਤੇ ਇਹ ਕਾਰਾਂ ਬਣੀਆਂ ਨੇ। ਕਸਬੀਆਂ ਦੇ ਕਸਬ ਨੂੰ ਵੇਚ ਕੇ ਜੋ ਖਟਿਆਏ ਵਪਾਰੀਆਂ ਨੇ, ਉਸੇ ਦੀਆਂ ਦੇਗਾਂ ਪੇ ਚੜ੍ਹਦੇ ਨੇ। ਨਿਮਾਣੀ ਖਲਕਤ ਆਪਣੀ ਕੀਤੀ ਦਰਗਾਹ ਵਾਲੇ ਦੀ ਬਖਸ਼ਿਸ਼ ਸਮਝ ਕੇ ਪਈ ਖਾਂਦੀ ਹੈ। ਮੰਨਤਾਂ ਕਾਦੀਆਂ ਨੇ ਤੇ ਚੜ੍ਹਾਵੇ ਕਾਦੇ ਨੇ? ਕਾਰਾਂ ਵਾਲਿਆਂ ਦੀ ਕੋਈ ਸਾਂਝ ਨਹੀਂ ਦਰਗਾਹ ਵਾਲੇ ਨਾਲ ਤੇ ਦਰਗਾਹ ਬੈਠੇ ਟੁੱਕਰ ਉਡੀਕਣ ਵਾਲਿਆਂ ਨਾਲ। ਇਹ ਚੜ੍ਹਾਵਾ ਆਪਣੇ ਨਾਂ ਨੂੰ ਹੈ। ਆਪਣੇ ਕੀਤੇ ਤਰੋ ਤੇ ਭੰਡਾਰੇ ਵੰਡਣ ਦੀ
ਧੂੜ ਧੂੜ ਕੇ ਮਨ ਸ਼ਾਂਤ ਕਰਨ ਦਾ ਆਰ ਹੈ। ਆਪਣੇ ਕੀਤੇ ਧਰੋ ਉੱਪਰ ਭੰਡਾਰੇ ਵੰਡ ਕੇ ਤੇ ਧੂੜ ਧੂੜ ਕੇ ਆਪਣਾ ਮਨ ਸ਼ਾਂਤ ਕਰਨ ਦਾ ਆਰ ਹੈ। ਫੀਤੇ ਨੇ ਫਤਿਹ ਮੁਹੰਮਦ ਤੋਂ ਫੀਤਾ ਹੋਵਣ ਦੇ ਪੰਥ ਵਿੱਚ ਕੀ ਕੁਝ ਚਰਿਆ ਹੈ। ਇਸ ਹੱਡ ਵਾਪਰੀ ਨੇ ਨਵੀਂ ਸੋਚ ਬਣਾਈ ਹੈ ਫੀਤੇ ਦੀ। ਬਾਜ਼ਾਰ ਕੀ ਹੈ, ਮਾਲਕ ਤੇ ਕਾਮੇ ਦੀ ਵੰਡ ਕੀ ਹੈ, ਕਰਦਾ ਕੌਣ ਹੈ ਤੇ ਸਾਂਭਦਾ ਕੌਣ ਹੈ। ਕਰਨਹਾਰ ਆਪਣਾ ਹੱਥ ਰੋਕ ਲਵੇ ਤਾਂ ਚੜਿਆ ਬਾਜ਼ਾਰ, ਮੂੰਹ ਪਾਰ ਆ ਡਿੱਗੇ ਹਿੱਕ ਪਲ ਅੰਦਰ। ਫੀਤੇ ਦੇ ਅੰਦਰੋਂ ਉੱਠਦੀ ਇਹ ਲਹਿਰ ਜੋ ਇਤਨਾ ਕਸ਼ਟ ਕੱਟ ਕੇ ਵੀ ਭੁੱਖ ਦੁੱਖ ਹੀ ਪਾ ਗਿਆ ਸਾਡਾ, ਤਾਂ ਐਸ ਤੂੰ ਨਾ ਕਰ ਵੇਖੀਏ। ਭੁੱਖੇ ਢਿੱਡ ਤਾਂ ਨਿਮਾਣਾ ਜੀ ਗੱਲ ਹੀ ਕਰ ਸਕਦਾ ਏ। ਵਾਜ਼ ਤਕਰੀਰ ਲਈ ਢਿੱਡ ਭਰਿਆ ਹੋਵਣ ਲਾਜ਼ਮ ਹੈ। ਦਰਗਾਹ ਜੋ ਕਦਾਈ ਸਾਂਝ ਵਾਸਤਾ ਨਿਸ਼ਾਨ ਆਹੀ, ਹੁਣ ਓਪਰੀ ਹੋ ਗਈ ਹੈ। ਜਿਵੇਂ ਬਾਜ਼ਾਰ ਮੰਡੀ ਓਪਰਾ ਹੈ। ਕਸਬੀ ਆਪਣੀ ਬਣਾਈ ਵਸਤ ਬਾਜ਼ਾਰ ਹੱਟੀ ਤੇ ਸਜੀ ਪਛਾਣ ਨਹੀਂ ਸਕਦਾ। ਬੁੱਢੇ ਤੇ ਅਯਾਣੇ ਤੋਂ ਗੱਲ ਟੁਰੀ ਆਹੀ। ਜੋ ਦਾਤਾ ਦਰਬਾਰ ਦੀ ਮੋਮਬੱਤੀਆਂ ਵਾਲੀ ਨੁਕਰੇ ਲੰਮੇ ਪਏ ਜੀਵਨ ਰੰਗ ਪਏ ਵੇਖਦੇ ਨੇ। ਦਰਗਾਹ ਵਾਲੇ ਖਲਕਤ ਦੇ ਦਿਲਾਂ ਅੰਦਰ ਸਦਾ ਜੀਂਦੇ ਹਨ। ਖਲਕਤ ਦੇ ਦਿਲਾਂ ਨੂੰ ਹੀ ਬਾਜ਼ਾਰ ਬਣਾ ਦਿੱਤਾ ਹੈ ਰਾਸਵਾਲ ਵਿਹਾਰ ਨੇ ਆਪਣਾ ਸੌਦਾ ਵੇਚਣ ਕੀਤੇ। ਦਰਗਾਹ ਵਾਲੇ ਨਾਲ ਜੋ ਅਪਨੈਤ ਦਾ ਸੰਗ ਸੀ, ਉਹ ਹੁਣ ਭੁੱਖ ਦੁੱਖ ਦਾ ਕੁਸੰਗ ਰਹਿ ਗਿਆ ਹੈ।